ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਗੁਰੂ ਸਾਹਿਬ ਦੀਆਂ ਸਾਖੀਆਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਬੈਲ ਆਈਕਨ ਨੂੰ ਜ਼ਰੂਰ ਦਬਾ ਲਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਅਪਡੇਟ ਮਿਲਦੀ ਰਹੇ। ਇੱਕ ਵਾਰ ਇੱਕ ਨਦੀ ਦੇ ਕਿਨਾਰੇ 'ਤੇ ਇੱਕ ਕੁਟੀਆ ਸੀ ਅਤੇ ਕੁਟੀਆ ਦੇ ਬਾਹਰ ਇੱਕ ਮੁਸਲਿਮ ਬਜ਼ੁਰਗ ਬੈਠੇ ਸੀ ਔਰ ਆਖ ਰਹੇ ਸੀ, ਐ ਨਿਰੰਕਾਰ ਅੱਲਾ, ਮੈਂ ਦੀਨ ਦੁਨੀਆ ਸਭ ਤਿਆਗ ਆਇਆ। ਮੇਰੇ ਦਿਲ ਦਿਮਾਗ ਦੇ ਵਿੱਚ ਸਿਰਫ ਤੇਰਾ ਨਾਮ ਆ। ਮੈਂ ਤੇਰੀ ਸਿਰਫ ਇੱਕ ਝਲਕ ਨੂੰ ਤਰਸ ਗਿਆ ਹਾਂ। ਮੇਰਾ ਦਿਲ ਤੇਰੇ ਦੀਦਾਰ ਨੂੰ ਧੜਕ ਰਿਹਾ। ਓ ਅੱਲਾ, ਮੈਨੂੰ ਆਪਣਾ ਦੀਦਾਰ ਦੇ, ਇਸ ਤੋਂ ਪਹਿਲਾਂ ਕਿ ਮੇਰੀਆਂ ਅੱਖਾਂ ਬੰਦ ਹੋ ਜਾਣ। ਬਜ਼ੁਰਗ ਵਿਅਕਤੀ ਇੰਨਾ ਕੁ ਉਦਾਸ ਸੀ ਕਿ ਉਹਦੇ ਜਿਹੜੇ ਹੰਝੂ ਸੀਗੇ, ਅਥਰੂ ਸੀਗੇ, ਉਹ ਈਸ਼ਵਰ ਪ੍ਰੇਮ ਦੇ ਵਿੱਚ, ਅਕਾਲ ਪੁਰਖ ਦੇ ਪ੍ਰੇਮ ਦੇ ਵਿੱਚ, ਅੱਲਾ ਵਾਹਿਗੁਰੂ ਰਾਮ ਦੇ ਪ੍ਰੇਮ ਦੇ ਵਿੱਚ ਵਹਿ ਰਹੇ ਸੀ ਔਰ ਵਿਯੋਗ ਦੇ ਵਿੱਚ ਵਹਿ ਰਹੇ ਸੀ। ਅਤੇ ਸ਼ਾਮ ਢਲ ਰਹੀ ਸੀ। ਉਸ ਨੂੰ ਕਿਸੇ ਦੇ ਆਉਣ ਦੀ ਆਹਟ ਸੁਣੀ ਅਤੇ ਦੇਖਦੇ ਨੇ ਕਿ ਉਹਨਾਂ ਦਾ ਇੱਕ ਦੋਸਤ ਆਇਆ ਔਰ ਦੋਸਤ ਨੂੰ ਵੇਖ ਕੇ ਕਹਿੰਦੇ ਨੇ, ਖੁਸ਼ਾਮਦੀਦ ਮੇਰੇ ਦੋਸਤ, ਖੁਸ਼ਾਮਦੀਦ। ਅਤੇ ਆਖਣ ਲੱਗਾ ਕਿ ਤੁਸੀਂ ਭਾਗਿਆਸ਼ਾਲੀ ਆ ਜਿਹਨੇ ਆਪਣੇ ਪ੍ਰਭੂ ਹਰ ਵੇਲੇ ਆਪਣੇ ਸੀਨੇ 'ਤੇ ਲਗਾਏ ਆ ਅਤੇ ਤੂੰ ਆਪਣਾ ਸਾਰਾ ਜੀਵਨ ਉਸ ਖੁਦਾ ਦੇ ਦੀਦਾਰ ਦੇ ਵਿੱਚ ਨਹੀਂ ਲਾਇਆ। ਤੂੰ ਜੋ ਸੋਚਿਆ, ਆਪਨੇ ਜੋ ਸੋਚਾ ਤੁਹਾਨੂੰ ਮਿਲਿਆ, ਪਰ ਮੈਂ ਜੋ ਸੋਚਿਆ ਮੈਨੂੰ ਕੁਝ ਨਹੀਂ ਮਿਲਿਆ। ਅਤੇ ਆਖਣ ਲੱਗੇ ਕਿ ਮੇਰੀ ਸਾਰੀਆਂ ਆਸਾਂ ਮਰ ਚੁੱਕੀਆਂ ਨੇ, ਜੀਵਨ ਮਾਨੋ ਖਤਮ ਹੋਣ ਦੀ ਤਦਾਦ 'ਤੇ ਆ, ਪਰ ਕੋਈ ਆਸ ਨਹੀਂ ਦਿਖਦੀ ਮੈਨੂੰ। ਅਤੇ ਆਖਣ ਲੱਗੇ, ਮੇਰੇ ਦੋਸਤ ਬ੍ਰਹਮਦਾਸ, ਮੈਨੂੰ ਤੇਰਾ ਹੀ ਸਹਾਰਾ ਵਾ, ਤੇਰਾ ਹੀ ਆਸਰਾ ਆ। ਮੈਂ ਵੀ ਹੁਣ ਤੁਹਾਡੀ ਤਰ੍ਹਾਂ ਮੂਰਤੀ ਪੂਜਾ ਕਰੂੰਗਾ। ਨਮਾਜ਼ ਪੜ੍ਹਨ ਨਾਲ ਤਾਂ ਮੈਨੂੰ ਖੁਦਾ ਨਹੀਂ ਮਿਲਿਆ। ਸ਼ਾਇਦ ਤੁਹਾਡੇ ਰਸਤੇ ਮੂਰਤੀ ਪੂਜਾ ਦੇ ਹੀ ਮੈਨੂੰ ਉਸ ਈਸ਼ਵਰ ਦੇ ਦੀਦਾਰ ਹੋ ਜਾਣ। ਇਹ ਸਾਰੀਆਂ ਗੱਲਾਂ ਉਸ ਬਜ਼ੁਰਗ ਨੇ ਪੰਡਿਤ ਬ੍ਰਹਮਦਾਸ ਜੀ ਨੂੰ ਕਹੀਆਂ। ਪੰਡਿਤ ਬ੍ਰਹਮਦਾਸ ਆਪਣੇ ਗਲੇ ਦੇ ਵਿੱਚ ਲੋਕਟ ਦੇ ਤੌਰ ਦੇ ਵਿੱਚ, ਮਤਲਬ ਲੋਕਟ ਵਾਂਗੂ ਇੱਕ ਈਸ਼ਵਰ ਦੀ ਮੂਰਤੀ ਪਾ ਕੇ ਰੱਖਦਾ ਸੀ ਅਤੇ ਉਹ ਆਪਣੇ ਨਾਲ 2 ਊਂਠਾਂ ਨੂੰ ਲੈ ਕੇ ਆਇਆ ਸੀ ਅਤੇ ਉਹਨੇ ਆਪਣੇ ਊਂਠਾਂ ਨੂੰ ਉਹਨਾਂ ਦੇ ਪਿੱਠ 'ਤੇ, ਊਂਠਾਂ ਦੀ ਪਿੱਠ 'ਤੇ 18 ਗ੍ਰੰਥ ਅਤੇ ਹੋਰ ਧਾਰਮਿਕ ਪੁਸਤਕਾਂ ਢੋਈਆਂ ਹੋਈਆਂ ਸੀ, ਉਹਨਾਂ ਦੇ ਪਿੱਠ 'ਤੇ ਰੱਖੀਆਂ ਹੋਈਆਂ ਸੀ। ਅਤੇ ਪੰਡਿਤ ਬ੍ਰਹਮਦਾਸ ਉਹਨਾਂ ਬਜ਼ੁਰਗਾਂ ਕੋਲ ਬੈਠ ਗਿਆ ਅਤੇ ਆਖਣ ਲੱਗਾ, ਅਰੇ ਭਾਈ ਕਮਾਲ, ਕਿਆ ਹਾਲ ਚਾਲ ਹੈ। ਅਤੇ ਉਹ ਮੁਸਲਮਾਨ ਬਜ਼ੁਰਗ ਆਖਣ ਲੱਗੇ, ਪੰਡਿਤ ਬ੍ਰਹਮਦਾਸ, ਮੈਂ ਕਿਹੜੇ ਰਾਹ ਜਾਵਾਂ ਕਿ ਮੈਨੂੰ ਅੱਲਾ ਮਿਲੇ, ਖੁਦਾ ਮਿਲੇ। ਮੈਂ ਆਪਣਾ ਰਸਤਾ ਸਾਰੀ ਜ਼ਿੰਦਗੀ ਫੜ ਕੇ ਰੱਖਿਆ ਪਰ ਮੈਨੂੰ ਕੋਈ ਵੀ ਫਲ ਨਹੀਂ ਮਿਲਿਆ। ਅਤੇ ਆਖਣ ਲੱਗਾ, ਇਹ ਪੰਡਿਤ ਬ੍ਰਹਮਦਾਸ, ਤੁਸੀਂ ਮੈਨੂੰ ਆਪਣਾ ਸ਼ਿਸ਼ਯ ਬਣਾ ਲਓ, ਮੈਂ ਵੀ ਮੂਰਤੀ ਪੂਜਾ ਕਰੂੰਗਾ, ਸ਼ਾਇਦ ਉਸੇ ਨਾਲ ਮੈਨੂੰ ਅੱਲਾ ਮਿਲ ਜਾਵੇ। ਅਤੇ ਪੰਡਿਤ ਬ੍ਰਹਮਦਾਸ ਆਖਣ ਲੱਗਾ ਕਿ ਮੈਂ ਤਾਂ ਤੈਨੂੰ ਸ਼ੁਰੂ ਤੋਂ ਹੀ ਇਹੀ ਕਹਿਣਾ ਆਇਆ ਕਿ ਉਸ ਨਿਰੰਕਾਰ ਦੀ ਭਗਤੀ ਨਾਲ ਤੈਨੂੰ ਈਸ਼ਵਰ ਨਹੀਂ ਮਿਲਣਾ, ਈਸ਼ਵਰ ਤਾਂ ਮੂਰਤੀ ਪੂਜਾ ਨਾਲ ਹੀ ਮਿਲੂਗਾ। ਅਤੇ ਉਹ ਮੁਸਲਮਾਨ ਬਜ਼ੁਰਗ ਆਖਣ ਲੱਗੇ ਕਿ ਮੇਰੇ ਦੋਸਤ, ਤੁਮ ਹਿੰਦੂ ਹੋ ਅਤੇ ਮੈਂ ਮੁਸਲਿਮ, ਮੈਂ ਕਦੇ ਵੀ ਮੂਰਤੀ ਪੂਜਾ ਨਹੀਂ ਕੀਤੀ, ਪਰ ਆਪਾਂ ਦੋਨੋਂ ਹੀ ਬਚਪਨ ਦੇ ਦੋਸਤ ਹਾਂ ਅਤੇ ਤੇਰਾ ਝੁਕਾਅ ਤਾਂ ਹਮੇਸ਼ਾ ਬਚਪਨ ਤੋਂ ਹੀ ਈਸ਼ਵਰ ਦੇ ਵੱਲ ਰਿਹਾ ਆ। ਇਹ ਮੁਸਲਿਮ ਬਜ਼ੁਰਗ ਪੰਡਿਤ ਬ੍ਰਹਮਦਾਸ ਨੂੰ ਆਖ ਰਹੇ ਨੇ ਕਿ ਤੇਰਾ ਧਿਆਨ ਸ਼ੁਰੂ ਤੋਂ ਹੀ ਅਧਿਆਤਮਿਕ ਧਿਆਨ ਦੀ ਓਰ ਰਿਹਾ ਆ। ਬਚਪਨ ਤੋਂ ਹੀ ਆਪਣੇ ਈਸ਼ਵਰ ਨੂੰ ਆਪਣੇ ਘਰ ਦੇ ਵਿੱਚ ਮੂਰਤੀ ਰੂਪ ਦੇ ਵਿੱਚ ਤੂੰ ਪਾਇਆ ਔਰ ਮੈਨੇ ਉਸ ਈਸ਼ਵਰ ਜੋ ਨਿਰੰਕਾਰ ਹੈ ਉਹਦੇ ਬਾਰੇ ਸੁਣਿਆ, ਪਰੰਤੂ ਮੇਰਾ ਤਾਂ ਪੂਰਾ ਜੀਵਨ ਨਿਕਲ ਗਿਆ ਹੈ। ਮੈਨੂੰ ਤਾਂ ਅੱਲਾ ਦਾ ਦੀਦਾਰ ਹੁਣ ਤੱਕ ਨਹੀਂ ਹੋਇਆ, ਆਭਾਸ ਅੱਲਾ ਦਾ ਹੁਣ ਤੱਕ ਨਹੀਂ ਹੋਇਆ। ਹੁਣ ਮੈਨੂੰ ਮੇਰੀ ਮ੍ਰਿਤਿੂ ਨਜ਼ਦੀਕ ਦਿਖਾਈ ਦਿੰਦੀ ਆ, ਪਰੰਤੂ ਅੱਜ ਵੀ ਉਸ ਅੱਲਾ ਦੇ ਦੀਦਾਰ ਨੂੰ ਮੈਂ ਤਰਸ ਰਿਹਾ ਹਾਂ। ਮੈਂ ਆਪਣਾ ਪਰਿਵਾਰ ਛੱਡ ਆਇਆ, ਵਰਤ ਰੱਖੇ, ਰੋਜ਼ੇ ਰੱਖੇ, ਤਪੱਸਿਆ ਕੀਤੀ, ਪਰ ਕੋਈ ਵੀ ਨਤੀਜਾ ਨਹੀਂ ਨਿਕਲਿਆ। ਅਤੇ ਹੁਣ ਤੁਸੀਂ ਮੈਨੂੰ ਆਪਣੀ ਸ਼ਰਨ ਦੇ ਵਿੱਚ ਲੈ ਲਓ। ਮੈਂ 3 ਦਿਨਾਂ ਤੋਂ ਉਪਵਾਸ ਦੇ ਵਿੱਚ ਹਾਂ, ਵਰਤ ਦੇ ਵਿੱਚ ਹਾਂ, ਰੋਜ਼ੇ ਦੇ ਵਿੱਚ ਹਾਂ। ਰੋਜ਼ ਇੱਕ ਦੁੱਧ ਵਾਲਾ ਆਉਂਦਾ ਸੀ, ਉਹਦੇ ਦੁੱਧ ਦੇ ਨਾਲ ਹੀ ਮੈਂ ਆਪਣਾ ਉਪਵਾਸ ਰੱਖਦਾ ਸੀ, ਪਰ ਹੁਣ ਉਹ ਦੁੱਧ ਵਾਲਾ ਵੀ ਨਹੀਂ ਆਉਂਦਾ। ਅਤੇ ਪੰਡਿਤ ਬ੍ਰਹਮਦਾਸ ਆਖਣ ਲੱਗੇ ਕਿ ਭਾਈ ਕਲਾਮ, ਮੇਰੇ ਤੋਂ ਤੂੰ ਕੀ ਆਸ ਰੱਖਦਾ ਪਿਆ ਵਾ। ਪੰਡਿਤ ਬ੍ਰਹਮਦਾਸ ਆਖਣ ਲੱਗਾ ਕਿ ਮੈਂ ਰੋਜ਼ ਸਵੇਰੇ ਅਤੇ ਸ਼ਾਮ ਨੂੰ ਮੂਰਤੀ ਪੂਜਾ ਕਰਦਾ ਹਾਂ, ਬਾਕੀ ਸਮੇਂ ਮੈਂ ਗ੍ਰੰਥਾਂ ਨੂੰ ਪੜ੍ਹਦਾ ਹਾਂ। ਵਕਤ ਗੁਜ਼ਰਦਾ ਜਾ ਰਿਹਾ ਹੈ ਪਰ ਮੈਨੂੰ ਵੀ ਹਾਲੇ ਤੱਕ ਈਸ਼ਵਰ ਦਾ ਦੀਦਾਰ ਨਹੀਂ ਹੋਇਆ। ਇਹ ਸ਼ਬਦ ਪੰਡਿਤ ਬ੍ਰਹਮਦਾਸ ਜੀ ਨੇ ਆਖੇ। ਤੁਸੀਂ ਕਹਿੰਦੇ ਆਪਣੇ ਧਰਮ ਦੇ ਗੁਰੂ ਆ ਅਤੇ ਮੈਂ ਆਪਣੇ ਧਰਮ ਦਾ ਗੁਰੂ ਹਾਂ। ਸਮੇਂ ਬੀਤਦਾ ਗਿਆ ਪਰ ਅੱਜ ਜਿੱਥੇ ਤੁਸੀਂ ਮਿੱਤਰ ਖੜ੍ਹੇ ਹੋ ਉੱਥੇ ਹੀ ਮੈਂ ਖੜ੍ਹਾ ਹਾਂ। ਇਹ ਸੁਣ ਕੇ ਉਹ ਬਜ਼ੁਰਗ ਮੁਸਲਿਮ ਬੋਲੇ ਕਿ ਉਹ ਦੋਸਤ,
ਤੂੰ ਤਾਂ ਮੇਰੇ ਸਾਰੇ ਆਸਾਂ ਉਮੀਦਾਂ ਤੇ ਪਾਣੀ ਫੇਰ ਦਿੱਤਾ ਕਿ ਅੱਜ ਤਾਂ ਮੈਂ ਸੋਚ ਹੀ ਰਿਹਾ ਸੀਗਾ ਕਿ ਮੈਂ ਅੱਜ ਤੋਂ ਮੂਰਤੀ ਪੂਜਾ ਸ਼ੁਰੂ ਕਰ ਦੂੰਗਾ, ਪਰ ਤੂੰ ਤਾਂ ਮੇਰੀਆਂ ਸਾਰੀਆਂ ਆਸਾਂ ਤੋੜਤੀਆਂ ਕਿ ਤੈਨੂੰ ਵੀ ਈਸ਼ਵਰ ਦੇ ਦੀਦਾਰ ਨਹੀਂ ਹੋਏ। ਤੇ ਇਹ ਗੱਲ ਸਭ ਸੁਣ ਕੇ ਪੰਡਤ ਬ੍ਰਹਮਦਾਸ ਆਖਣ ਲੱਗਾ ਕਿ ਇੱਕ ਨਵੀਂ ਚੀਜ਼ ਹੋ ਰਹੀ ਹੈ। ਇੱਕ ਸੰਤ ਨੇ ਜੋ ਪਿਛਲੇ 14 ਦਿਨਾਂ ਤੋਂ ਜੰਗਲ ਦੇ ਵਿੱਚ ਰਹਿ ਰਹੇ ਨੇ ਤੇ ਕਹਿੰਦੇ ਕਿ ਉਹ ਸੰਤ ਕੁਝ ਵੀ ਨਹੀਂ ਖਾਂਦੇ, ਮਾਤਰ ਕੁਝ ਕੁ ਫਲਾਂ ਨੂੰ ਛੋੜ ਕੇ। ਤੇ ਪੰਡਤ ਬ੍ਰਹਮਦਾਸ ਜੀ ਨੇ ਆਖਿਆ ਕਿ ਉਹ ਸੰਤ ਦੇ ਨਾਲ 2 ਸ਼ਖਸ ਹੋਰ ਵੀ ਨੇ। ਜਿਹੜਾ ਦੁੱਧ ਵਾਲਾ ਤੈਨੂੰ ਦੁੱਧ ਦੇਣ ਆਉਂਦਾ ਸੀ, ਉਸ ਦੁੱਧ ਵਾਲੇ ਨੇ ਉਹਨਾਂ ਸੰਤਾਂ ਨਾਲ ਬੁਰਾ ਵਰਤਾਵ ਕੀਤਾ ਸੀ। ਪਰ ਜਦੋਂ ਉਹ ਦੁੱਧ ਵਾਲਾ ਆਪਣੇ ਘਰ ਗਿਆ ਤਾਂ ਉੱਥੇ ਦੇਖਦਾ ਕਿ ਉਹਦੀ ਬੱਕਰੀਆਂ ਇੱਕ ਇੱਕ ਕਰਕੇ ਮਰ ਰਹੀਆਂ ਸੀਗੀਆਂ। ਉਹ ਉਸੇ ਵੇਲੇ ਤੁਰੰਤ ਉਹਨਾਂ ਸੰਤਾਂ ਦੇ ਕੋਲ ਵਾਪਸ ਗਿਆ ਤੇ ਉਹਨਾਂ ਸੰਤਾਂ ਨੇ ਉਸ ਬੱਕਰੀ ਵਾਲੇ ਦੁੱਧ ਵਾਲੇ ਨੂੰ ਕਿਹਾ ਕਿ ਤੂੰ ਬੱਕਰੀ ਦੇ ਕੰਨਾਂ 'ਚ ਜਾ ਕੇ ਈਸ਼ਵਰ ਬੋਲੋ ਤੇ ਕਰਤਾਰ ਭਲੀ ਕਰਨਗੇ। ਤੇ ਜਿੱਦਾਂ ਹੀ ਉਸ ਦੁੱਧ ਵਾਲੇ ਨੇ ਬੱਕਰੀਆਂ ਦੇ ਕੰਨ 'ਚ ਈਸ਼ਵਰ ਬੋਲਿਆ, ਉਹ ਉਸੇ ਵੇਲੇ ਭਲੀ ਚੰਗੀ ਹੋ ਗਈਆਂ, ਉਸੇ ਵੇਲੇ ਚੰਗੀਆਂ ਭਲੀਆਂ ਹੋ ਗਈਆਂ। ਉਦੋਂ ਤੋਂ ਹੀ ਉਹ ਦੁੱਧ ਵਾਲਾ ਉਹਨਾਂ ਸੰਤਾਂ ਦੇ ਚਰਨਾਂ ਦੇ ਵਿੱਚ ਆ। ਹਰ ਪਾਸੇ ਉਹਨਾਂ ਸੰਤਾਂ ਦੀਆਂ ਗੱਲਾਂ ਹੋ ਰਹੀਆਂ ਨੇ ਤੇ ਮੇਰਾ ਵੀ ਮਨ ਕੀਤਾ ਕਿ ਮੈਂ ਉੱਥੇ ਜਾ ਕੇ ਆਵਾਂ। ਪੰਡਤ ਬ੍ਰਹਮਦਾਸ ਦਾ ਮਨ ਕੀਤਾ ਕਿ ਸੰਤਾਂ ਕੋਲ ਜਾ ਕੇ ਆਵਾਂ, ਪਰੰਤੂ ਪੰਡਤ ਜੀ ਕਹਿੰਦੇ ਮੈਨੂੰ ਆਈ ਸ਼ਰਮ ਕਿ ਲੋਕੀ ਕੀ ਕਹਿਣਗੇ ਕਿ ਪੰਡਤ ਇੰਨਾ ਵੱਡਾ ਧਰਮ ਗੁਰੂ ਆ ਤੇ ਐਦਾਂ ਹੀ ਕਿਸੇ ਦੇ ਚਰਨਾਂ 'ਚ ਨਹੀਂ ਮੈਂ ਗਿਰ ਸਕਦਾ। ਇਸੇ ਵਿਸ਼ੇ 'ਤੇ ਮੈਂ ਤੁਹਾਡੇ ਵਿਚਾਰ ਲੈਣ ਆਇਆ ਹਾਂ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ। ਤੇ ਉਹ ਮੁਸਲਿਮ ਬਜ਼ੁਰਗ ਬੋਲੇ ਕਿ ਉਹ ਬ੍ਰਹਮਦਾਸ, ਸਾਡੇ ਕੋਲ ਕੋਈ ਵੀ ਉਮੀਦ ਨਹੀਂ ਹੈ, ਕੋਈ ਵੀ ਆਸ ਨਹੀਂ ਹੈ, ਇੱਕ ਹੀ ਉਮੀਦ ਦਿਖ ਰਹੀ ਹੈ ਤੇ ਤੂੰ ਵਕਤ ਜਾਇਆ ਕਿਉਂ ਕਰ ਰਿਹਾ ਹੈ। ਅਸੀਂ ਉਹਨਾਂ ਸੰਤਾਂ ਨੂੰ ਹੁਣੇ ਮਿਲਣ ਚੱਲਾਂਗੇ, ਤੁਰੰਤ ਮਿਲਣ ਚੱਲਾਂਗੇ ਤੇ ਉਹਨਾਂ ਦਾ ਦੀਦਾਰ ਕਰਾਂਗੇ। ਤੇ ਦੋਨਾਂ ਨੇ ਫੈਸਲਾ ਕੀਤਾ ਕਿ ਉਹ ਉਹਨਾਂ ਸੰਤਾਂ ਕੋਲ ਜਾਣਗੇ ਤੇ ਇਸ ਤੋਂ ਪਛਾਤ ਬ੍ਰਹਮਦਾਸ ਆਪਣੇ ਘਰ ਵੱਲ ਨੂੰ ਚੱਲ ਪਿਆ। ਰਾਤ ਦੇ ਸਮੇਂ ਕਮਾਲ ਜਿਹੜੇ ਮੁਸਲਿਮ ਬਜ਼ੁਰਗ ਸੀ ਉਹਨਾਂ ਨੂੰ ਨੀਂਦ ਨਹੀਂ ਆ ਰਹੀ ਸੀ ਤੇ ਉਹ ਮੁਸਲਿਮ ਜਿਹੜੇ ਬਜ਼ੁਰਗ ਸੀ ਉਹ ਸੋਚ ਰਹੇ ਸੀ ਕਿ ਬ੍ਰਹਮਦਾਸ ਇੱਕ ਬਹੁਤ ਵੱਡਾ ਧਰਮ ਗੁਰੂ ਆ, ਉਹਦਾ ਹਜ਼ਾਰਾਂ ਲੋਕੀ ਅਨੁਸਰਨ ਕਰਦੇ ਆ, ਉਹਦੀ ਸੁਣਦੇ ਆ। ਉਹ ਆਪਣੇ ਅਹਮ ਤੇ ਘਮੰਡ ਦੇ ਕਰਕੇ ਉਹਨਾਂ ਸੰਤਾਂ ਨੂੰ ਕਦੇ ਵੀ ਨਹੀਂ ਮਿਲੂਗਾ। ਤੇ ਉਹ ਮੁਸਲਿਮ ਸੋਚਣ ਲੱਗੇ ਕਿ ਮੈਨੂੰ ਉਹਦੀ ਪ੍ਰਤੀਕਸ਼ਾ ਨਹੀਂ ਕਰਨੀ ਚਾਹੀਦੀ, ਉਹਦਾ ਵੇਟ ਨਹੀਂ ਕਰਨਾ ਚਾਹੀਦਾ ਤੇ ਬਿਨਾਂ ਵਕਤ ਗਵਾਏ ਉਹਨਾਂ ਸੰਤਾਂ ਦੇ ਦਰਸ਼ਨ ਕਰਨੇ ਚਾਹੀਦੇ, ਉਹਨਾਂ ਨੂੰ ਮਿਲਣਾ ਚਾਹੀਦਾ। ਅਜੇ ਪੂਰੀ ਤਰ੍ਹਾਂ ਸਵੇਰ ਵੀ ਨਹੀਂ ਹੋਈ ਸੀ ਤੇ ਕਮਾਲ ਜੀ ਉਹਨਾਂ ਸੰਤਾਂ ਨੂੰ ਮਿਲਣ ਲਈ ਤੁਰ ਵੀ ਪਏ। ਕਮਾਲ ਨੇ ਜਿੱਦਾਂ ਹੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਨੂੰ ਦੇਖਿਆ ਤੇ ਉਹਨਾਂ ਦਾ ਤੇਜ ਦੇਖ ਕੇ ਹੀ ਉਹਨਾਂ ਦੇ ਸ਼੍ਰੀ ਚਰਨਾਂ ਦੇ ਵਿੱਚ ਗਿਰ ਗਿਆ। ਅੱਜ ਕਮਾਲ ਨੂੰ ਇਦਾਂ ਦਾ ਲੱਗ ਰਿਹਾ ਸੀ ਕਿ ਅੱਜ ਉਹਨੂੰ ਉਹ ਸਾਰਾ ਕੁਝ ਮਿਲ ਗਿਆ ਜਿਸ ਦਾ ਇੰਤਜ਼ਾਰ ਉਹ ਕਈ ਵਰਸ਼ਾਂ ਤੋਂ ਕਰ ਰਿਹਾ ਸੀ, ਕਈ ਬਰਸਾਂ ਤੋਂ ਕਰ ਰਿਹਾ ਸੀ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹਨੂੰ ਆਪਣਾ ਆਸ਼ੀਰਵਾਦ ਦਿੱਤਾ ਤੇ ਇਸ ਤੋਂ ਪਛਾਤ ਕਈ ਦਿਨ ਬੀਤ ਗਏ। ਬ੍ਰਹਮਦਾਸ ਰੋਜ਼ ਗੁਰੂ ਜੀ ਦੇ ਦਰਸ਼ਨਾਂ ਲਈ ਜਾਣ ਲਈ ਤਿਆਰ ਹੁੰਦਾ, ਪਰੰਤੂ ਉਸ ਦਾ ਘਮੰਡ ਉਹਨੂੰ ਗੁਰੂ ਜੀ ਦੇ ਕੋਲ ਜਾਣ ਤੋਂ ਰੋਕ ਰਿਹਾ ਸੀ। ਇੱਦਾਂ ਹੀ 3-4 ਦਿਨ ਬੀਤ ਗਏ ਤਾਂ ਉਹਨੇ ਸੋਚਿਆ ਕਿ ਮੇਰਾ ਦਿਲ ਜ਼ੋਰ ਨਾਲ ਧੜਕਦਾ ਪਿਆ ਆ, ਮੈਨੂੰ ਹੋਰ ਦੇਰ ਨਹੀਂ ਕਰਨੀ ਚਾਹੀਦੀ ਤੇ ਤੁਰੰਤ ਉਹਨਾਂ ਸੰਤਾਂ ਕੋਲ ਜਾਣਾ ਚਾਹੀਦਾ ਹੈ, ਗੁਰੂ ਜੀ ਕੋਲ ਜਾਣਾ ਚਾਹੀਦਾ ਹੈ। ਇਹ ਸੋਚ ਕੇ ਪੰਡਤ ਬ੍ਰਹਮਦਾਸ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਨੂੰ ਨਿਕਲ ਗਿਆ। ਅੱਜ ਵੀ ਲੋਕੜ ਦੇ ਰੂਪ ਦੇ ਵਿੱਚ ਉਹਦੇ ਈਸ਼ਟ ਸੀਗੇ ਤੇ ਉਹ ਊਂਠ ਜਿਨ੍ਹਾਂ 'ਤੇ ਉਹਨੇ ਗ੍ਰੰਥ ਰੱਖੇ ਹੋਏ ਸੀ ਉਹ ਵੀ ਨਾਲ ਸੀਗੇ। ਜਿੱਦਾਂ ਜਿੱਦਾਂ ਉਹ ਗੁਰੂ ਜੀ ਦੇ ਨਜ਼ਦੀਕ ਪਹੁੰਚਣ ਲੱਗਿਆ, ਗੁਰੂ ਜੀ ਦੀ ਗੁਰਬਾਣੀ ਦੀ ਆਵਾਜ਼ ਉਹਦੇ ਕੰਨਾਂ ਵਿੱਚ ਪੈਣ ਲੱਗੀ। ਗੁਰੂ ਜੀ ਗਾ ਰਹੇ ਸੀ ਤੇ ਉਸ ਗੁਰਬਾਣੀ ਦਾ ਅਰਥ ਸੀ ਈਸ਼ਵਰ ਇੱਕ ਹੈ, ਉਸ ਈਸ਼ਵਰ ਦਾ ਰਸਤਾ ਇੱਕ ਆ। ਇਹ ਤਾਂ ਸਿਰਫ ਭਰਮ ਨੇ, ਵਹਿਮ ਨੇ ਕਿ ਈਸ਼ਵਰ ਪੱਥਰ 'ਚ ਸਮਾ ਸਕਦਾ ਹੈ। ਉਸ ਤੱਕ ਪਹੁੰਚਣ ਦਾ ਰਸਤਾ ਉਸ ਈਸ਼ਵਰ ਦਾ ਨਾਮ ਹੈ, ਸਿਮਰਨ ਹੈ ਤੇ ਉਹ ਰਸਤਾ ਸਿਰਫ ਗੁਰੂ ਦਿਖਾਉਂਦਾ ਹੈ। ਜਿੱਦਾਂ ਹੀ ਪੰਡਤ ਬ੍ਰਹਮਦਾਸ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਿਲਕੁਲ ਕੋਲ ਪਹੁੰਚਿਆ ਤੇ ਉਹ ਗੁਰੂ ਜੀ ਦਾ ਰੂਪ ਦੇਖ ਕੇ ਉਹਨਾਂ ਨੂੰ ਦੇਖ ਕੇ ਬੜਾ ਪ੍ਰਭਾਵਿਤ ਹੋਇਆ ਤੇ ਉਹਨੇ ਆਖਿਆ ਕਿ ਗੁਰੂਵਰ, ਜਦੋਂ ਸੰਸਾਰ ਨਹੀਂ ਸੀ ਬਣਿਆ ਉਸ ਵੇਲੇ ਈਸ਼ਵਰ ਕਿੱਥੇ ਸੀ? ਤੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬੋਲੇ ਕਿ ਈਸ਼ਵਰ ਅਨੰਤ ਹੈ, ਉਸ ਦਾ ਕੋਈ ਅੰਤ ਨਹੀਂ ਹੈ। ਈਸ਼ਵਰ ਦਾ ਨਾਮ ਲਓ ਤੇ ਸੇਵਾ ਕਰੋ। ਬ੍ਰਹਮਦਾਸ ਨੇ ਗੁਰੂ ਜੀ ਦੇ ਸਥਾਨ 'ਤੇ ਕੁਝ ਵਕਤ ਬਿਤਾਇਆ ਤੇ ਫਿਰ ਉਹ ਸੋਚਣ ਲੱਗਿਆ ਕਿ ਮੈਂ ਪਹਿਲਾਂ ਵੀ ਸੇਵਾ ਕੀਤੀ ਤੇ ਹੁਣ ਵੀ ਸੇਵਾ ਕਰ ਰਿਹਾ ਹਾਂ। ਅਸਲੀਅਤ 'ਚ ਪੰਡਤ ਬ੍ਰਹਮਦਾਸ ਇੱਕ ਗਿਆਨੀ ਪੰਡਤ ਸੀ ਤੇ ਪਹਿਲਾਂ ਉਹਨੇ ਵੇਦ ਪੜ੍ਹੇ ਤੇ ਉਸ ਤੋਂ ਪਛਾਤ ਉਹਨੇ ਮੂਰਤੀ ਪੂਜਾ ਨੂੰ ਆਪਣਾ ਆਧਾਰ ਬਣਾਇਆ। ਉਸ ਤੋਂ ਬਾਅਦ ਉਹ ਨੇਪਾਲ ਦੇ ਸੰਤਾਂ ਨਾਲ ਮਿਲਿਆ। ਉਹਨਾਂ ਨੇ ਪੰਡਤ ਬ੍ਰਹਮਦਾਸ ਨੂੰ ਮਾਨਵ ਸੇਵਾ ਕਰਨ ਨੂੰ ਕਿਹਾ। ਉਸ ਨੇ ਗ੍ਰੰਥਾਂ ਦਾ ਅਧਿਐਨ ਕੀਤਾ ਤੇ ਮਾਨਵ ਸੇਵਾ ਕੀਤੀ।
ਹੁਣ ਗੁਰੂ ਜੀ ਨੇ ਵੀ ਉਸ ਨੂੰ ਮਾਨਵ ਸੇਵਾ ਲਈ ਕਹਿ ਦਿੱਤਾ। ਇਸ ਲਈ ਪੰਡਤ ਬ੍ਰਹਮਦਾਸ ਨੂੰ ਕਸ਼ਮਕਸ਼ ਹੋ ਗਈ ਕਿ ਉਹ ਪਹਿਲੇ ਵੀ ਮਾਨਵ ਸੇਵਾ ਕਰ ਰਿਹਾ ਸੀ ਤੇ ਹੁਣ ਵੀ ਮਾਨਵ ਸੇਵਾ ਕਰਨ ਨੂੰ ਗੁਰੂ ਜੀ ਨੇ ਕਹਿ ਦਿੱਤਾ ਸੀ, ਤੇ ਇਹਨਾਂ ਦੋਵਾਂ ਵਿੱਚ ਫਰਕ ਕੀ ਆ। ਇਸੇ ਗੱਲ ਦਾ ਜਵਾਬ ਲੈਣ ਲਈ ਉਹ ਗੁਰੂ ਜੀ ਕੋਲ ਪਹੁੰਚਿਆ ਤੇ ਪੰਡਤ ਬ੍ਰਹਮਦਾਸ ਗੁਰੂ ਜੀ ਨੂੰ ਕਹਿਣ ਲੱਗਾ ਕਿ ਪ੍ਰਭੂ, ਮੈਂ ਗੁਰੂ ਜੀ ਈਸ਼ਵਰ ਦਾ ਅਜੇ ਵੀ ਈਸ਼ਵਰ ਨੂੰ ਮਹਿਸੂਸ ਨਹੀਂ ਕਰ ਪਾ ਰਿਹਾ। ਕੁਝ ਨਵਾਂ ਤਾਂ ਹੋਇਆ ਨਹੀਂ, ਪਹਿਲਾਂ ਵੀ ਮੈਂ ਮਾਨਵ ਸੇਵਾ ਕਰ ਰਿਹਾ ਸੀ, ਹੁਣ ਵੀ ਮੈਂ ਮਾਨਵ ਸੇਵਾ ਕਰ ਰਿਹਾ ਹਾਂ ਤੇ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਗੁਰੂ ਜੀ। ਗੁਰੂ ਜੀ ਬੋਲੇ, ਬ੍ਰਹਮਦਾਸ ਜਾ ਆਪਣਾ ਅਧਿਆਤਮਿਕ ਗੁਰੂ ਲੱਭੋ। ਤੇ ਬ੍ਰਹਮਦਾਸ ਨੇ ਆਖਿਆ, ਮੈਨੂੰ ਅਧਿਆਤਮਿਕ ਗੁਰੂ ਕਿੱਥੇ ਮਿਲੂਗਾ ਗੁਰੂ ਜੀ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਬੋਲੇ, ਜੰਗਲ 'ਚ ਜਾਓ, ਉੱਥੇ ਤੈਨੂੰ 4 ਸਾਧੂ ਮਿਲਣਗੇ ਤੇ ਉਹਨਾਂ ਤੋਂ ਹੀ ਇਹ ਪ੍ਰਸ਼ਨ ਤੂੰ ਪੁੱਛੀ। ਬ੍ਰਹਮਦਾਸ ਗੁਰੂ ਜੀ ਦੇ ਕਹੇ ਅਨੁਸਾਰ ਜੰਗਲ 'ਚ ਪਹੁੰਚਿਆ। ਉੱਥੇ ਪੰਡਤ ਬ੍ਰਹਮਦਾਸ ਜੀ ਨੂੰ 4 ਸਾਧੂ ਮਿਲੇ ਤੇ ਪੰਡਤ ਬ੍ਰਹਮਦਾਸ ਨੇ ਉਹਨਾਂ ਸਾਧੂਆਂ ਨੂੰ ਪੁੱਛਿਆ ਕਿ ਹੇ ਮਹਾਤਮਾਓ, ਮੈਂ ਆਪਣਾ ਅਧਿਆਤਮਿਕ ਗੁਰੂ ਲੱਭ ਰਿਹਾ ਹਾਂ ਤੇ ਮੈਨੂੰ ਉਹ ਕਿੱਥੇ ਮਿਲਣਗੇ। ਤੇ ਸਾਧੂ ਆਖਣ ਲੱਗੇ, ਜਾਓ, ਪਾਸ ਮੇਂ ਹੀ ਮੰਦਿਰ ਹੈ ਤੇ ਤੈਨੂੰ ਉੱਥੇ ਹੀ ਮੰਦਿਰ 'ਚ ਹੀ ਤੁਹਾਡੇ ਅਧਿਆਤਮਿਕ ਗੁਰੂ ਮਿਲ ਜਾਣਗੇ। ਮੰਦਿਰ ਜਦੋਂ ਪਹੁੰਚਿਆ ਪੰਡਤ ਬ੍ਰਹਮਦਾਸ, ਉਹਨੇ ਦੇਖਿਆ ਕਿ ਇੱਕ ਬਹੁਤ ਹੀ ਸੁੰਦਰ ਔਰਤ ਲਾਲ ਰੰਗ ਦੇ ਕੱਪੜੇ ਪਾ ਕੇ ਬੈਠੀ ਹੋਈ ਹੈ। ਪੰਡਤ ਬ੍ਰਹਮਦਾਸ ਨੇ ਆਪਣਾ ਸਿਰ ਉਸ ਮਹਿਲਾ ਦੇ ਸਾਹਮਣੇ ਝੁਕਾ ਦਿੱਤਾ, ਪਰੰਤੂ ਉਸ ਮਹਿਲਾ ਨੇ ਪੰਡਤ ਬ੍ਰਹਮਦਾਸ ਨੂੰ ਆਪਣੀ ਜੁੱਤੀ ਨਾਲ ਮਾਰਿਆ। ਪੰਡਤ ਬ੍ਰਹਮਦਾਸ ਦੀ ਅਵਸਥਾ ਬੜੀ ਦਇਆਨੀय ਹੋ ਗਈ ਸੀ ਤੇ ਉਹ ਉੱਥੋਂ ਨਿਕਲਿਆ ਮੰਦਿਰ 'ਚੋਂ ਤੇ ਵਾਪਸ ਸਾਧੂਆਂ ਕੋਲ ਆ ਕੇ ਬੋਲਿਆ ਕਿ ਸਾਧੂ ਮਹਾਰਾਜ, ਤੁਸੀਂ ਗਲਤ ਕਹਿ ਰਹੇ ਹੋ, ਉਹ ਮਹਿਲਾ ਕੋਈ ਵੀ ਅਧਿਆਤਮਿਕ ਗੁਰੂ ਨਹੀਂ ਹੈ, ਉਹ ਤਾਂ ਕੋਈ ਦੁਸ਼ਟ ਔਰਤ ਆ। ਉਹ ਸਾਧੂ ਬੋਲੇ ਕਿ ਤੂੰ ਗਲਤ ਕਹਿ ਰਿਹਾ ਆ, ਉਹ ਮਹਿਲਾ ਹੀ ਇੱਛਾਵਾਂ ਦੀ ਅਧਿਆਤਮਿਕ ਗੁਰੂ ਆ। ਜਿਨ੍ਹਾਂ ਇੱਛਾਵਾਂ ਦਾ ਤੂੰ ਚੇਲਾ ਆ, ਉਹ ਉਹਨਾਂ ਇੱਛਾਵਾਂ ਦੀ ਅਧਿਆਤਮਿਕ ਗੁਰੂ ਆ। ਤੇ ਪੰਡਤ ਬ੍ਰਹਮਦਾਸ ਬੋਲੇ ਕਿ ਮੇਰੀਆਂ ਇੱਛਾਵਾਂ ਹੀ ਅਧਿਆਤਮਿਕ ਗੁਰੂ ਕਿੱਦਾਂ ਹੋ ਸਕਦੀਆਂ ਨੇ। ਤੇ ਸੰਤ ਮਹਾਂਪੁਰਸ਼ ਬੋਲੇ ਕਿ ਤੁਹਾਡਾ ਅਧਿਆਤਮਿਕ ਗੁਰੂ ਉਹੀ ਹੁੰਦਾ ਆ ਜਿਹਨੂੰ ਤੁਸੀਂ ਸਭ ਤੋਂ ਜ਼ਿਆਦਾ ਪਿਆਰ ਕਰਦੇ ਆ, ਕਿਉਂਕਿ ਪੰਡਤ ਬ੍ਰਹਮਦਾਸ, ਤੁਸੀਂ ਆਪਣੇ ਇੱਛਾਵਾਂ ਨੂੰ ਸਭ ਤੋਂ ਜ਼ਿਆਦਾ ਪਿਆਰ ਕਰਦੇ ਆ, ਇਸ ਲਈ ਉਹੀ ਤੁਹਾਡੀ ਅਧਿਆਤਮਿਕ ਗੁਰੂ ਹੈ। ਤੇ ਪੰਡਤ ਬ੍ਰਹਮਦਾਸ ਕਹਿਣ ਲੱਗੇ, ਸਾਧੂ ਮਹਾਰਾਜ, ਮੈਂ ਸਾਰੀ ਉਮਰ ਮੂਰਤੀ ਪੂਜਾ ਕੀਤੀ ਹੈ, ਮਾਨਵ ਸੇਵਾ ਕੀਤੀ, ਕੀ ਇਹ ਸਾਰਾ ਕੁਝ ਇੱਛਾਵਾਂ ਦੇ ਲਈ ਮੇਰਾ ਪ੍ਰੇਮ ਆ। ਤਾਂ ਸਾਧੂ ਮਹਾਰਾਜ ਬੋਲੇ ਕਿ ਪੰਡਤ ਬ੍ਰਹਮਦਾਸ, ਆਪਣੇ ਅੰਦਰ ਝਾਂਕ ਕੇ ਦੇਖ, ਆਪਣੀ ਇੱਛਾਵਾਂ ਨੂੰ ਦੇਖ, ਹਰ ਵੇਲੇ ਤੇਰਾ ਦਿਮਾਗ ਇੱਧਰ ਉੱਧਰ ਘੁੰਮਦਾ ਰਹਿੰਦਾ ਆ। ਜਦੋਂ ਤੁਸੀਂ ਲੋਕਾਂ ਦੀ ਸੇਵਾ ਕਰਦੇ ਆ ਤਾਂ ਤੁਸੀਂ ਸੋਚਦੇ ਹੋ ਕਿ ਤੁਸੀਂ ਦੇਣ ਵਾਲੇ ਆ, ਤੇ ਜਿਨ੍ਹਾਂ ਦੀ ਸੇਵਾ ਤੁਸੀਂ ਕਰ ਰਹੇ ਹੋ ਉਹ ਲੈਣ ਵਾਲੇ ਨੇ। ਜ਼ਰੂਰਤਮੰਦ ਲੋਕਾਂ ਲਈ ਤੂੰ ਇਹ ਸੋਚਦਾ ਆ ਕਿ ਤੁਸੀਂ ਉਹਨਾਂ ਦੇ ਦਾਤਾ ਹੋ। ਤੂੰ ਇਹ ਵੀ ਸੋਚਦਾ ਆ ਕਿ ਜਦੋਂ ਤੂੰ ਲੋਕਾਂ ਦੀ ਸੇਵਾ ਕਰਦਾ ਆ ਤੇ ਲੋਕਾਂ ਨੂੰ ਤੁਹਾਡੀ ਪ੍ਰਸ਼ੰਸਾ ਕਰਨੀ ਚਾਹੀਦੀ ਆ। ਕੀ ਇਹ ਇੱਛਾਵਾਂ ਨਹੀਂ ਨੇ? ਇਹੀ ਘਮੰਡ ਆ। ਤੇ ਪੰਡਿਤ, ਜਦੋਂ ਤੁਸੀਂ ਇਹ ਕਹਿੰਦੇ ਆ ਕਿ ਮੈਂ ਸੇਵਾ ਕਰ ਰਿਹਾ ਹਾਂ ਤੇ ਉਸ ਵੇਲੇ ਤੈਨੂੰ ਘਮੰਡ ਤੇ ਅਹਿਮ ਹੁੰਦਾ ਆ, ਤੇ ਤੈਨੂੰ ਇਹ ਬਿਲਕੁਲ ਨਹੀਂ ਪਤਾ ਕਿ ਈਸ਼ਵਰ ਦੀ ਸੇਵਾ ਕੀ ਆ। ਤੈਨੂੰ ਸੇਵਾ ਇਦਾਂ ਦੀ ਕਰਨੀ ਚਾਹੀਦੀ ਹੈ ਕਿ ਮਾਨੋ ਜਿਵੇਂ ਈਸ਼ਵਰ ਤੈਨੂੰ ਹੁਕਮ ਦੇ ਰਿਹਾ ਹੋਵੇ। ਤੇਰੀ ਪਾਠ ਪੂਜਾ ਮਾਨਵ ਸੇਵਾ ਸਭ ਇਸ ਲਈ ਸੀ ਤਾਂ ਕਿ ਤੇਰਾ ਨਾਮ ਹੋਵੇ ਤੇ ਤੂੰ ਬਹੁਤ ਵੱਡਾ ਸੰਤ ਬਣ ਜਾਵੇ। ਤੂੰ ਇੰਨਾ ਵੱਡਾ ਲੋਕਟ ਆਪਣੇ ਗਲੇ 'ਚ ਤਾਂ ਪਾਇਆ ਤਾਂ ਕਿ ਲੋਕਾਂ ਨੂੰ ਲੱਗੇ ਕਿ ਤੂੰ ਬਹੁਤ ਵੱਡਾ ਸੰਤ ਆ, ਮਹਾਂਪੁਰਖ ਆ। ਤੁਮ 2 ਊਂਠਾਂ ਦੇ ਉੱਪਰ ਗ੍ਰੰਥ ਲੈ ਕੇ ਘੁੰਮਦੇ ਆ ਤਾਂ ਕਿ ਤੁਹਾਨੂੰ ਲੋਕ ਵਿਦਵਾਨ ਸਮਝਣ। ਅਬ ਆਪ ਹੀ ਬਤਾਓ ਕਿ ਕੀ ਇਹ ਸਾਰੀਆਂ ਤੇਰੀਆਂ ਇੱਛਾਵਾਂ ਨਹੀਂ ਹੈ। ਇਹ ਸਭ ਸੁਣ ਕੇ ਪੰਡਤ ਬ੍ਰਹਮਦਾਸ ਬੋਲੇ ਕਿ ਤੁਸੀਂ ਸਾਧੂਓ, ਮਹਾਂਪੁਰਖੋ, ਜੋ ਵੀ ਆਖਿਆ ਉਹ ਕੜਵਾ ਆ ਪਰ ਬਿਲਕੁਲ ਸੱਚ ਆ। ਤੁਹਾਡੇ ਇਹ ਕੜਵੇ ਸ਼ਬਦ ਮੇਰੇ ਲਈ ਦਵਾ ਦਾ ਕੰਮ ਕਰਨਗੇ, ਦਵਾਈ ਦਾ ਕੰਮ ਕਰਨਗੇ। ਆਪ ਲੋਕ ਹੀ ਅਬ ਮੁਝੇ ਬਤਾਏਂ ਕਿ ਮੈਂ ਆਪਣਾ ਧਾਰਮਿਕ ਗੁਰੂ ਕਿਹਨੂੰ ਬਣਾਵਾਂ। ਤੇ ਉਹ ਸਾਧੂ ਆਖਣ ਲੱਗੇ, ਜਿਹਨੂੰ ਤੂੰ ਛੱਡ ਕੇ ਆਇਆ ਆ। ਤੇ ਪੰਡਤ ਬ੍ਰਹਮਦਾਸ ਸੋਚਣ ਲੱਗੇ ਕਿ ਮੈਂ ਕਿਹਨੂੰ ਛੱਡ ਕੇ ਆਇਆ ਜੀ। ਤੇ ਪੰਡਤ ਬ੍ਰਹਮਦਾਸ ਇਹ ਭੁੱਲ ਚੁੱਕਾ ਸੀ ਕਿ ਉਹ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਕੋਲੋਂ ਆ ਗਿਆ। ਉਹਨੇ ਸਮੁੰਦਰ ਕੋਲੋਂ ਹੀ ਸਮੁੰਦਰ ਦਾ ਰਸਤਾ ਪੁੱਛਿਆ। ਪੰਡਤ ਬ੍ਰਹਮਦਾਸ ਆਪਣੇ ਅਹਮ ਘਮੰਡ ਕਰਕੇ ਇਹ ਅਹਿਸਾਸ ਹੀ ਨਹੀਂ ਕਰ ਪਾਇਆ ਕਿ ਉਹ ਜਿਨ੍ਹਾਂ ਨੂੰ ਮਿਲਿਆ ਸੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹੀ ਉਹਨੂੰ ਮੁਕਤੀ ਦਿਵਾ ਸਕਦੇ ਸੀ। ਜਾਓ, ਉਹਨਾਂ ਦੇ ਹੀ ਸ਼ਰਨ ਦੇ ਵਿੱਚ ਵਾਪਸ ਜਾਓ। ਬ੍ਰਹਮਦਾਸ ਸਾਧੂ ਮਹਾਂਪੁਰਖਾਂ ਦੀ ਇਹ ਗੱਲ ਸੁਣ ਕੇ, ਪ੍ਰਵਚਨ ਸੁਣ ਕੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਵਿੱਚ ਪਹੁੰਚੇ ਤੇ ਪੰਡਤ ਬ੍ਰਹਮਦਾਸ ਨੇ ਗੁਰੂ ਜੀ ਦੇ ਚਰਨਾਂ 'ਚ ਗਿਰ ਕੇ ਮਾਫੀ ਮੰਗੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।